मैं देख रहा हाँ कि औरतां ਜਿਹੜੀਆਂ ना बुरखियां ਦੇ ਵਿੱਚ ना तेरे थान चुरा रही छुपा रही ਹਨ और चोरी कर रही ਹਨ। ਤੇ ਮੈਂ ਉਹਨੂੰ ਕਿਹਾ ਯਾਰ ਗੱਲ ਸੁਣ, ਇਹ ਸਮਝ ਲਓ ਕਿ ਇਹਦੇ ਵਿੱਚ ਤੁਹਾਡਾ ਅਮਲ ਦਾ ਹਲ ਨੀਅਤ ਦਾ ਵੀ ਹੁੰਦਾ ਹੈ, ਤੁਹਾਡੀ ਰੋਜ਼ੀ ਹਲਾਲ ਦਾ ਵੀ ਹੁੰਦਾ ਹੈ, ਜਿਹਦੀ ਵਜ੍ਹਾ ਤੋਂ ਤੁਹਾਡਾ ਨੁਕਸਾਨ ਹੋਇਆ ਵੀ ਅੱਲਾਹ ਤਾਲਾ ਵਾਪਸ ਕਿ ਜ਼ਰੂਰੀ ਨਹੀਂ ਹੈ ਕਿ ਰਿਸ਼ਤੇਦਾਰਾਂ ਦਾਰੀ ਸ਼ਰੀਕਾ ਵਿੱਢਣ, ਆਂਢੀ ਗੁਆਂਢੀ ਦੁਕਾਨਦਾਰ ਵੀ ਵਿੱਢ ਲੈਂਦੇ ਨੇ, ਦੇਖਦੇ ਨੇ ਬੰਦੇ ਦਾ ਤਮਾਸ਼ਾ ਦੇਖਦੇ ਨੇ ਕਿ ਉਹਦੀ ਚੋਰੀ ਹੋਈ ਹੈ, ਉਹਦਾ ਨੁਕਸਾਨ ਹੋਇਆ, ਤੇ ਫਿਰ ਬਾਅਦ ਵਿੱਚ ਸ਼ੁਰੂ ਕਰਨੇ ਅੱਲਾਹ ਤਾਲਾ ਦੇ ਬਾਬਰਕਤ ਨਾਂ ਤੋਂ, ਜਿਹੜਾ ਬੜਾ ਹੀ ਮਿਹਰਬਾਨ ਤੇ ਨਹਾਇਤ ਰਹਿਮ ਵਾਲਾ ਹੈ, ਜਿਹੜਾ ਹਰ ਇਨਸਾਨ ਨੂੰ 70 ਮਾਵਾਂ ਜਿੰਨਾ ਪਿਆਰ ਕਰਦਾ ਹੈ, ਜਿਹੜਾ ਹਰ ਇਨਸਾਨ ਦਾ ਰਾਜ਼ਿਕ और ਮਾਲਿਕ ਹੈ, ਉਸ ਰੱਬ ਦੇ ਨਾਂ ਤੋਂ ਸ਼ੁਰੂ ਕਰਨੇ ਆ। ਦੋਸਤੋ, ਜ਼ਰੂਰੀ ਨਹੀਂ ਹੈ ਕਿ ਸ਼ਰੀਕਾ ਤੁਹਾਡੇ ਅਜ਼ੀਜ਼ਦਾਰੀ 'ਚ ਹੀ ਹੋਵੇ ਜਾਂ ਰਿਸ਼ਤੇਦਾਰੀ 'ਚ ਜਾਂ ਭੈਣਾਂ ਭਾਈਆਂ 'ਚ। ਸ਼ਰੀਕਾ ਤੁਸੀਂ ਜਦੋਂ ਕਾਰੋਬਾਰ ਕਰਦੇ ਹੋ ਤੇ ਤੁਹਾਡੇ ਅਗਰ ਦੁਕਾਨ ਹੈ ਤੇ ਦੁਕਾਨਦਾਰ ਵੀ ਆਂਢੀ ਗੁਆਂਢੀ ਜਿਹੜੇ ਨੇ ਉਹ ਵੀ ਸ਼ਰੀਕੇ ਦਾ ਰੋਲ ਅਦਾ ਕਰਦੇ ਨੇ। ਸਾਡੇ ਚੈਨਲ ਤੇ ਨਵੇਂ ਆਉਣ ਵਾਲੇ ਦੋਸਤਾਂ ਅੱਗੇ ਗੁਜ਼ਾਰਿਸ਼ ਹੈ, ਚੈਨਲ ਨੂੰ ਅਗਰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਔਰ ਘੰਟੀ ਦੇ ਬਟਨ ਵੀ ਦਬਾ ਦਿਓ ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ, ਮੈਂ ਲੜਕਪਨ ਵਿੱਚ ਕਰਾਚੀ ਸ਼ਹਿਰ ਹਿਜਰਤ ਕਰਕੇ ਗਿਆ ਰਿਜ਼ਕ ਦੀ ਤਲਾਸ਼ ਵਾਸਤੇ, ਕਿਉਂਕਿ ਅੱਲਾਹ ਤਾਲਾ ਨੇ ਫਰਮਾਇਆ ਕਿ ਅਗਰ ਤੁਹਾਡਾ ਰਿਜ਼ਕ ਕੁਸ਼ਾਦਾ ਨਹੀਂ ਹੁੰਦਾ ਤੇ ਤੁਸੀਂ ਹਿਜਰਤ ਕਰ ਜਾਓ ਔਰ ਰਿਜ਼ਕ ਦੀ ਤਲਾਸ਼ ਵਾਸਤੇ ਫੈਲ ਜਾਓ ਔਰ ਦੂਜੇ ਸ਼ਹਿਰ ਹਿਜਰਤ ਕਰਕੇ ਚਲੇ ਜਾਓ, ਤੁਹਾਡੇ ਰਿਜ਼ਕ ਵਿੱਚ ਇਜ਼ਾਫਾ ਹੋ ਜਾਏਗਾ। ਇਸੇ ਨੀਅਤ ਦੇ ਨਾਲ, ਇਸੇ ਜ਼ਹਿਨ ਦੇ ਨਾਲ ਮੈਂ ਕਰਾਚੀ ਚਲਾ ਗਿਆ। ਉਸ ਵਕਤ ਮੇਰੀ ਕਮ ਅਜ਼ ਕਮ ਉਮਰ 20-21 ਸਾਲ ਸੀ। ਇਹ ਮੈਂ ਕਈ ਵੀਡੀਓ ਦੇ ਵਿੱਚ ਜ਼ਿਕਰ ਕਰ ਚੁੱਕਿਆ ਵਾਂ। ਤੇ ਦੋਸਤੋ, ਉੱਥੋਂ ਮੈਂ ਦੁਕਾਨ ਪਾਈ। ਮੇਰੇ ਵਾਲਿਦ ਸਾਹਿਬ ਨੇ ਮੈਨੂੰ ਫੈਸਲਾਬਾਦ ਤੋਂ ਕੱਪੜਾ ਲੈ ਕੇ ਭੇਜਿਆ, ਖੁਦ ਖਰੀਦਿਆ ਔਰ ਖੁਦ ਹੀ ਉਹਨੂੰ ਕਲਰ ਕਰਾਇਆ ਔਰ ਖੁਦ ਹੀ ਉਹਦੇ ਥਾਨ ਬਣਵਾਏ। ਉਸ ਵਕਤ 24 ਮੀਟਰ ਦਾ 20 ਮੀਟਰ ਦਾ ਥਾਨ ਤਕਰੀਬਨ 200-250-300 ਰੁਪਏ ਦਾ ਅਸੀਂ ਵੇਚ ਸਕਦੇ ਸਾਂ। ਇੰਨੀ ਸਸਤਾਈ ਸੀ। 1990 ਦੀ ਮੈਂ ਗੱਲ ਕਰ ਰਿਹਾ। ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਮੇਰੇ ਕੋਲ ਲੇਡੀਜ਼ ਗਾਹਕ ਆ ਗਈਆਂ। ਉਹ ਗਾਲਬਨ ਜਾਂ ਤਾਂ ਠੱਗ ਸਨ ਜਾਂ ਚੋਰ ਸਨ। ਮੇਰੀ ਦੁਕਾਨ ਏਡੀ ਖੁੱਲੀ ਨਹੀਂ ਸੀ, ਹੈ ਤੰਗ ਸੀ, ਲੇਕਿਨ ਲੰਬਾਈ ਜ਼ਿਆਦਾ ਸੀ ਤੇ ਕੱਪੜਾ ਮੇਰੇ ਕੋਲ ਪਿਆ ਸੀ, ਅਲਮਾਰੀਆਂ 'ਚ ਲੱਗੇ ਆ ਔਰ ਵਿੱਚ ਜਗ੍ਹਾ ਜਿਹੜੀ ਸੀ ਨਾ ਬਿਲਕੁਲ ਤੰਗ ਸੀ, ਜਿਹਦੀ ਵਜ੍ਹਾ ਤੋਂ ਇਹ ਪਰੇਸ਼ਾਨੀ ਮੈਨੂੰ ਬਣੀ ਔਰ ਮੇਰੇ ਨਾਲ ਇਹ ਹਾਦਸਾ ਹੋਇਆ। ਲੇਡੀਜ਼ ਜ਼ਿਆਦਾ ਸਨ ਔਰ ਉਹਨਾਂ ਨੇ ਮੇਰੇ ਕੋਲੋਂ ਕੱਪੜੇ ਦੇ ਥਾਨ ਖਰੀਦੇ, ਇੱਕ ਜਾਂ ਦੋ, ਲੇਕਿਨ ਜਦੋਂ ਖਰੀਦ ਕੇ ਚਲੀਆਂ ਗਈਆਂ ਉਹਨਾਂ ਕਾਲੇ ਪੁਰਖੇ ਪਾਏ ਸਨ ਔਰ ਤਾਦਾਦ ਹੀ ਜ਼ਿਆਦਾ ਸਨ। ਤੇ ਜਦੋਂ ਮੈਂ ਥਾਨ ਚੁੱਕ ਕੇ ਆਪਣੇ ਅਲਮਾਰੀਆਂ ਦੇ ਵਿੱਚ ਲਾਇਆ ਤੇ ਮੈਂ ਦੇਖਿਆ ਕਿ ਥਾਨ ਤੇ ਇੱਕ ਜਾਂ ਦੋ ਵੇਚਿਆ, ਲੇਕਿਨ ਜਗ੍ਹਾ ਕਾਫੀ ਖਾਲੀ ਹੈ। ਮੈਂ ਥੋੜਾ ਪਰੇਸ਼ਾਨ ਹੋ ਗਿਆ। ਪਰੇਸ਼ਾਨ ਹੋਣ ਤੋਂ ਬਾਅਦ ਮੈਂ ਬਾਹਰ ਨਿਕਲ ਕੇ ਨਾ ਉਹਨਾਂ ਔਰਤਾਂ ਨੂੰ ਮੈਂ ਦੇਖ ਰਿਹਾ ਸੀ ਕਿ ਉਹ ਜਾ ਰਹੀਆਂ ਨੇ ਔਰ ਇਹ ਸਮਝ ਲਓ ਕਿ ਇਹਦੇ ਵਿੱਚ ਤੁਹਾਡਾ ਅਮਲ ਦਾ ਹਲ ਨੀਅਤ ਦਾ ਵੀ ਹੁੰਦਾ ਹੈ, ਤੁਹਾਡੀ ਰੋਜ਼ੀ ਹਲਾਲ ਦਾ ਵੀ ਹੁੰਦਾ ਹੈ, ਜਿਹਦੀ ਵਜ੍ਹਾ ਤੋਂ ਤੁਹਾਡਾ ਨੁਕਸਾਨ ਹੋਇਆ ਵੀ ਅੱਲਾਹ ਤਾਲਾ ਵਾਪਸ ਦੇ ਦਿੰਦਾ। ਮੈਂ ਜਦੋਂ ਉਹਨਾਂ ਔਰਤਾਂ ਨੂੰ ਦੇਖ ਰਿਹਾ ਸੀ ਤੇ ਉਹਨਾਂ ਔਰਤਾਂ ਨੇ ਮਗਰ ਪਰਤ ਕੇ ਦੇਖਿਆ ਤੇ ਉਹਨਾਂ ਨੂੰ ਸ਼ਾਇਦ ਇਹ ਮਹਿਸੂਸ ਹੋਇਆ ਕਿ ਬੰਦਾ ਜਿਹੜਾ ਨਾ ਉਹਨੂੰ ਪਤਾ ਲੱਗ ਗਿਆ ਔਰ ਉਹ ਸਾਨੂੰ ਦੇਖ ਰਿਹਾ, ਵਾਚ ਕਰ ਰਿਹਾ। ਥੋੜੀ ਦੇਰ ਮੈਂ ਦੇਖਦਾ ਰਿਹਾ ਤੇ ਜਦੋਂ ਬਾਜ਼ਾਰ ਦਾ ਮੋੜ ਪਰਤ ਗਈਆਂ ਤੇ ਮੈਂ ਫਿਰ ਦੇਖਣਾ ਛੱਡ ਦਿੱਤਾ। ਕੋਈ 5-10 ਮਿੰਟ ਗੁਜ਼ਰੇ ਤੇ ਉਹ ਔਰਤਾਂ ਦੁਬਾਰਾ ਵਾਪਸ ਆ ਗਈਆਂ ਔਰ ਆ ਕੇ ਮੈਨੂੰ ਕਹਿਣ ਡੈ ਪਈਆਂ ਕਿ ਇਹ ਸਾਨੂੰ ਕਲਰ ਪਸੰਦ ਨਹੀਂ ਆਏ, ਤੁਸੀਂ ਆਪਣਾ ਕੱਪੜਾ ਵਾਪਸ ਲੈ ਲਵੋ ਔਰ ਸਾਨੂੰ ਸਾਡੇ ਪੈਸੇ ਮੋੜ ਦਿਓ। ਤੇ ਮੈਂ ਉਹਨਾਂ ਦਾ ਜਿਹੜਾ ਵੇਚੇ ਆਪਣਾ ਕੱਪੜਾ ਸੀ ਉਹ ਵਾਪਸ ਲੈ ਲਿਆ ਔਰ ਉਹਨਾਂ ਨੂੰ ਮੈਂ ਪੈਸੇ ਵਾਪਸ ਮੋੜ ਦਿੱਤੇ।
ਦੋਸਤੋ ਇੱਥੇ ਨਾ ਮੱਛਰ ਬੜਾ ਹੈ ਹਰਿਆਲੀ ਦੀ ਵਜ੍ਹਾ ਤੋਂ ਨਾ, ਜਿਹਦੀ ਵਜ੍ਹਾ ਤੋਂ ਮੈਂ ਥੋੜਾ ਡਿਸਟਰਬ ਹੋ ਰਿਹਾ। ਤੁਹਾਡੇ ਨਾਲ ਗੱਲ ਕਰਦਿਆਂ ਨਾ ਪਰੇਸ਼ਾਨ ਹੋ ਜਾਂਦਾ ਵਾਂ ਔਰ ਮੇਰਾ ਧਿਆਨ ਜਿਹੜਾ ਨਾ ਹਟ ਜਾਂਦਾ ਹੈ। ਤੇ ਮੈਂ ਤੁਹਾਨੂੰ ਇਦਾਂ ਦੱਸ ਦਿਆਂ ਤੇ ਤੁਸੀਂ ਮਹਿਸੂਸ ਨਾ ਕਰਿਆ ਜੇ। ਅਗਰ ਕੋਈ ਗੱਲ ਗਲਤ ਲੱਗੇ ਤਾਂ ਉਹਦੀ ਮਾਫੀ ਦਿਆ ਜੇ। ਜਿਸ ਟਾਈਮ ਉਹਨਾਂ ਮੈਨੂੰ ਕੱਪੜਾ ਵਾਪਸ ਕੀਤਾ, ਮੈਂ ਉਹਨਾਂ ਦੇ ਪੈਸੇ ਵਾਪਸ ਕੀਤੇ ਤੇ ਦੁਬਾਰਾ ਜਦੋਂ ਮੈਂ ਅਲਮਾਰੀਆਂ 'ਚ ਕੱਪੜਾ ਫੇਰ ਲਾਇਆ, ਉਹਨਾਂ ਮੇਰੇ ਕੋਲ 1-2 ਥਾਨ ਵੀ ਖਿਲਾ ਲਏ ਫੇਰ ਦੁਬਾਰਾ ਕਿਸੇ 'ਚ। ਚਲੋ ਇਹ ਨਹੀਂ ਪਸੰਦ ਤੇ ਇਹ ਲੈ ਲਈਏ, ਤੇ ਮੈਂ ਖੋਲੇ ਦਿਖਾਏ ਉਹਨਾਂ ਨੂੰ। ਲੇਕਿਨ ਉਹਨਾਂ ਨੂੰ ਇਹ ਸ਼ੱਕ ਸੀ ਕਿ ਸ਼ਾਇਦ ਮੈਨੂੰ ਨਾ ਪਤਾ ਲੱਗ ਗਿਆ ਕਿ ਮੇਰੀ ਇਹਨਾਂ ਨੇ ਚੋਰੀ ਕੀਤੀ ਹੈ, ਮੇਰਾ ਕੱਪੜਾ ਚੋਰੀ ਕੀਤਾ, ਥਾਨ ਚੋਰੀ ਕੀਤੇ ਨੇ। ਤੇ ਲਿਹਾਜ਼ਾ ਉਹਨਾਂ ਇਸੇ ਨਜ਼ਰੀਏ ਦੇ ਨਾਲ ਨਾ ਵਾਪਸੀ ਦਾ ਬਹਾਨਾ ਕਰਕੇ, ਕੱਪੜਾ ਵਾਪਸ ਕਰਨ ਦਾ ਬਹਾਨਾ ਕਰਕੇ ਮੈਨੂੰ ਮੇਰੇ ਥਾਨ ਸਾਰੇ ਜਿਹੜੇ ਨਾ ਵਾਪਸ ਕਰ ਦਿੱਤੇ। ਉਹਨਾਂ ਮੈਨੂੰ ਪਤਾ ਵੀ ਨਾ ਲੱਗਿਆ ਔਰ ਉਹਨਾਂ ਵੀ ਵਾਪਸੀ ਦੇ ਦਿੱਤੀ। ਜਦੋਂ ਮੇਰੇ ਥਾਨ ਵਾਪਸ ਆ ਗਏ, ਮੈਂ ਅਲਮਾਰੀ 'ਚ ਲਾਏ ਦੁਬਾਰਾ ਤੇ ਉਹ ਜਗ੍ਹਾ ਪੂਰੀ ਹੋ ਗਈ ਜਿਹੜੀ ਘੱਟ ਹੋਈ ਸੀ। ਇਸ ਦੌਰਾਨ ਨਾ ਮੇਰੇ ਸਾਹਮਣੇ ਇੱਕ ਦੁਕਾਨਦਾਰ ਸੀ, ਬਾਬੂ ਭਾਈ। ਉਹ ਦੂਰੋਂ ਦੇਖ ਰਿਹਾ ਸੀ ਸਾਰਾ ਮਾਜਰਾ, ਲੇਕਿਨ ਉਹਨੇ ਉਹਨਾਂ ਤੀਕਰ ਮੇਰੇ ਨਾਲ ਜ਼ਿਕਰ ਨਾ ਕੀਤਾ ਜਿੰਨਾ ਤੀਕਰ ਮੇਰਾ ਸਮਾਨ ਚੋਰੀ ਹੋਇਆ ਵਾਪਸ ਨਾ ਆਇਆ। ਜਦੋਂ ਚੋਰੀ ਹੋਇਆ ਵਾਪਸ ਆ ਗਿਆ ਤੇ ਆ ਕੇ ਮੈਨੂੰ ਕਹਿੰਦਾ, ਮੈਂ ਦੇਖ ਰਿਹਾ ਹਾਂ ਕਿ ਔਰਤਾਂ ਜਿਹੜੀਆਂ ਨਾ ਬੁਰਕਿਆਂ ਦੇ ਵਿੱਚ ਨਾ ਤੇਰੇ ਥਾਨ ਚੁਰਾ ਰਹੀਆਂ, ਛੁਪਾ ਰਹੀਆਂ ਹਨ ਔਰ ਚੋਰੀ ਕਰ ਰਹੀਆਂ ਹਨ। ਤੇ ਮੈਂ ਉਹਨੂੰ ਕਿਹਾ, ਯਾਰ ਗੱਲ ਸੁਣ, ਜਦੋਂ ਤੂੰ ਦੇਖ ਰਿਹਾ ਸੈਂ ਤੇ ਤੂੰ ਮੈਨੂੰ ਆ ਕੇ ਦੱਸਿਆ ਕਿਉਂ ਨਹੀਂ? ਤੇ ਆਂਦਾ, ਮੈਂ ਸਮਝਿਆ ਸ਼ਾਇਦ ਕਿ ਤੈਨੂੰ ਪਤਾ ਲੱਗ ਗਿਆ ਹੋਏਗਾ। ਮੈਂ ਕਿਹਾ ਯਾਰ ਮੈਨੂੰ ਪਤਾ ਲੱਗਦਾ ਤੇ ਮੈਂ ਚੋਰੀ ਹੋਣ ਦੇਣੇ ਸਨ। ਤੇ ਉਹ ਇਸ ਤਰ੍ਹਾਂ ਥੋੜਾ ਜਿਹਾ ਸ਼ਰਮਿੰਦਾ ਹੋਇਆ। ਇਹ ਥੋੜੀ ਜਿਹੀ ਗੱਲ ਸੁਣਾਉਣ ਦਾ ਮਕਸਦ ਇਹ ਵੇ ਕਿ ਜ਼ਰੂਰੀ ਨਹੀਂ ਹੈ ਕਿ ਰਿਸ਼ਤੇਦਾਰਾਂ ਦਾਰੀ ਸ਼ਰੀਕਾ ਵਿੱਢਣ, ਆਂਢੀ ਗੁਆਂਢੀ ਦੁਕਾਨਦਾਰ ਵੀ ਵਿੱਢ ਲੈਂਦੇ ਨੇ। ਦੇਖਦੇ ਨੇ ਬੰਦੇ ਦਾ ਤਮਾਸ਼ਾ, ਦੇਖਦੇ ਨੇ ਕਿ ਉਹਦੀ ਚੋਰੀ ਹੋਈ ਹੈ, ਉਹਦਾ ਨੁਕਸਾਨ ਹੋਇਆ, ਤੇ ਫਿਰ ਬਾਅਦ ਵਿੱਚ ਹੱਸਦੇ ਨੇ, ਮੁਸਕਰਾਉਂਦੇ ਨੇ। ਲੇਕਿਨ ਜਿਸ ਤਰ੍ਹਾਂ ਹੀ ਉਹ ਨੁਕਸਾਨ ਦਾ ਹੱਲ ਨਿਕਲ ਆਉਂਦਾ, ਨੁਕਸਾਨ ਹੋਇਆ ਵਾਪਸ ਆ ਜਾਂਦਾ, ਤੇ ਫਿਰ ਆ ਕੇ ਹਮਦਰਦੀ ਦੇ ਲਫ਼ਜ਼ ਵੀ ਬੋਲਦੇ ਨੇ। ਦੋਸਤੋ ਇਹ ਥੋੜੀ ਸਾਰੀ ਗੱਲ ਸੁਣਾਉਣ ਦਾ ਮਕਸਦ ਇਹ ਸੀ ਕਿ ਦੇਖੋ ਇਨਸਾਨ ਦੀ ਫਿਤਰਤ ਹੈ ਨਾ ਕਿ ਉਹ ਕੀ ਸੋਚਦਾ, ਕੀ ਸਮਝਦਾ, ਔਰ ਕਿਸੇ ਦਾ ਨੁਕਸਾਨ ਹੁੰਦਾ ਵੇਖ ਕੇ ਇੰਜੋਏ ਕਰਦਾ। ਲੇਕਿਨ ਜਦੋਂ ਨੁਕਸਾਨ ਦਾ ਹੱਲ ਨਿਕਲ ਆਉਂਦਾ ਤੇ ਫਿਰ ਹਮਦਰਦੀ ਦਾ ਲਫ਼ਜ਼ ਵੀ ਬੋਲਦਾ। ਤੇ ਦੋਸਤੋ ਅੱਜ ਲਈ ਇੰਨਾ ਹੀ। ਜਿਉਂਦੇ ਰਹੋ, ਵਸਦੇ ਰਹੋ, ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖਿਆ ਜੇ, ਕਿਉਂਕਿ ਇਸ ਵਕਤ ਮੱਛਰ ਬੜਾ ਲੜ ਰਿਹਾ ਜੇ ਔਰ ਮੈਂ ਨਹੀਂ ਚਾਹੁੰਦਾ ਕਿ ਮੱਛਰ ਲੜਾ ਕੇ ਤੇ ਆਪ ਨੂੰ ਬਿਮਾਰ ਕਰ ਲਵਾਂ। ਅੱਲਾ ਨਿਗਹਿਬਾਨ।